ਇਹ ਕਹਾਣੀ ਆਮ ਸਾਧਾਰਨ ਦੁਨਿਆਵੀ ਚਿੱਤ ਵਿੱਚੋਂ ਨਿਕਲੀ ਹੋਈ ਹੈ ਵੀ ਖੂਹ ਦੇ ਵਿੱਚ ਕੁਛ ਡੱਡੂ ਹਨ। ਉਹ ਕਿਸੇ ਨੂੰ ਵੀ ਉੱਪਰ ਨਹੀਂ ਚੜ੍ਹਨ ਦਿੰਦੇ ਹਨ। ਜਿਹੜਾ ਵੀ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਦੂਸਰੇ ਨੂੰ ਰੋਕਦੇ ਹਨ, ਥੱਲੇ ਨੂੰ ਖਿੱਚ ਲੈਂਦੇ ਹਨ। ਤੇ ਇਸ ਕਹਾਣੀ ਵਿੱਚ ਕਿਹਾ ਗਿਆ ਹੈ ਕਿ ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਨਾ, ਕਿਸੇ ਦੀ ਵੀ ਗੱਲ ਸੁਣੋ ਨਾ, ਤਾਂ ਤੁਸੀਂ ਸਫਲ ਹੋ ਸਕਦੇ ਹੋ। ਇਹ ਖਿਆਲ ਬਿਲਕੁਲ ਠੀਕ ਹੈ ਦੁਨਿਆਵੀ ਸੋਚ ਦੇ ਮੁਤਾਬਕ, ਕਿਉਂਕਿ ਦੁਨੀਆਦਾਰ ਇਵੇਂ ਹੀ ਸੋਚ ਰਹੇ ਹਨ, ਇਵੇਂ ਹੀ ਕਹਿ ਰਹੇ ਹਨ ਆਪਣੇ ਬੱਚਿਆਂ ਨੂੰ। ਅਗਰ ਤੁਸੀਂ ਸਫਲ ਹੋਣਾ ਹੈ ਨਾ ਤੇ ਦੂਸਰਿਆਂ ਦੀ ਗੱਲ ਨਾ ਸੁਣੋ, ਸਫਲਤਾ ਦੇ ਟੀਚੇ ਵੱਲ ਧਿਆਨ ਰੱਖੋ, ਵੱਧਦੇ ਜਾਓ ਅੱਗੇ। ਇਹੋ ਹੀ ਤੇ ਰਾਜਨੀਤੀ ਹੈ ਨਾ ਵੀ ਉੱਪਰ ਵਾਲੀ ਕੁਰਸੀ ਤੇ ਧਿਆਨ ਰੱਖੋ ਤੇ ਚੜ੍ਹਦੇ ਜਾਓ ਉੱਪਰ ਨੂੰ, ਵੱਧਦੇ ਜਾਓ। ਫਿਰ ਉੱਪਰ ਵਾਲੀ ਤੇ ਤਾਂ ਹੀ ਪਹੁੰਚੋਗੇ, ਹੋਰਨਾਂ ਦੀਆਂ ਲੱਤਾਂ ਖਿੱਚੋਗੇ ਥੱਲੇ ਨੂੰ ਤਾਂ ਹੀ ਜਾਓਗੇ ਨਾ। ਤੇ ਲੋਕ ਖਿੱਚਦੇ ਰਹਿੰਦੇ ਹਨ ਥੱਲੇ ਨੂੰ ਲੱਤਾਂ ਇੱਕ ਦੂਸਰੇ ਦੀਆਂ, ਤਾਂ ਹੀ ਚੜ੍ਹਦੇ ਹਨ ਨਾ ਉੱਪਰ ਨੂੰ। ਤੇ ਹਰ ਇੱਕ ਹੀ ਸਫਲ ਹੋਣਾ ਚਾਹੁੰਦਾ ਹੈ ਸੰਸਾਰ ਵਿੱਚ, ਸੁਭਾਵਿਕ ਹੀ ਹੈ। ਹਰ ਇੱਕ ਚਾਹੁੰਦਾ ਹੈ ਵੀ ਦੂਸਰੇ ਨਾਲੋਂ ਵੱਡੀ ਕੋਠੀ ਹੋਵੇ ਮੇਰੇ ਕੋਲ, ਦੂਸਰੇ ਨੂੰ ਵਧੀਆ ਕਾਰ ਹੋਵੇ ਮੇਰੇ ਕੋਲ, ਦੂਸਰੇ ਨੂੰ ਜ਼ਿਆਦਾ ਪ੍ਰੋਪਰਟੀ ਹੋਵੇ ਮੇਰੇ ਕੋਲ। ਤੇ ਦੂਸਰੇ ਕਿਸੇ ਨਾ ਕਿਸੇ ਦੀ ਖੋਹਣੀ ਪਵੇਗੀ ਨਾ, ਉਹਨੂੰ ਥੱਲੇ ਲਾਉਣਾ ਪਵੇਗਾ। ਦੂਸਰੇ ਨੂੰ ਜ਼ਿਆਦਾ ਸਮਝ ਹੋਵੇ ਮੇਰੇ ਕੋਲ, ਦੂਸਰੇ ਨੂੰ ਜ਼ਿਆਦਾ ਗਿਆਨ ਹੋਵੇ ਮੇਰੇ ਕੋਲ। ਤੇ ਇਹੋ ਹੀ ਤੇ ਆਦਮੀ ਚਾਹੁੰਦਾ ਹੈ ਸੰਸਾਰੀ, ਵੀ ਮੈਂ ਸਫਲ ਹੋਵਾਂ ਸੰਸਾਰ ਦੇ ਵਿੱਚ। ਤੇ ਉੱਪਰ ਨੂੰ ਚੜ੍ਹਦਾ ਹੈ, ਅੱਗੇ ਨੂੰ ਦੇਖਦਾ ਹੈ, ਹੋਰ ਅੱਗੇ ਹੋਰ ਅੱਗੇ। ਪਰ ਅਧਿਆਤਮ ਦਾ ਮਾਰਗ ਉਲਟਾ ਹੈ। ਅਗਰ ਤੁਸੀਂ ਸੰਸਾਰ ਦੇ ਵਿੱਚ ਸਫਲ ਹੋਣਾ ਹੈ ਨਾ, ਫਿਰ ਅਧਿਆਤਮਵਾਦੀ ਦੀ ਗੱਲ ਬਿਲਕੁਲ ਨਾ ਸੁਣਿਓ, ਕਿਉਂਕਿ ਬਿਲਕੁਲ ਹੀ ਸਫਲ ਨਹੀਂ ਹੋ ਸਕਦੇ। ਫਿਰ ਤੁਸੀਂ ਕਿਵੇਂ ਸਫਲ ਹੋਵੋਗੇ? ਉਹ ਤਾਂ ਕਹਿੰਦਾ ਹੈ ਵਾਪਸ ਆ ਜਾਓ, ਰਿਵਰਸ ਆ ਜਾਓ, ਪਿੱਛੇ ਨੂੰ ਆ ਜਾਓ। ਉਹ ਤਾਂ ਸੰਸਾਰ ਵਿੱਚੋਂ ਪਿੱਛੇ ਨੂੰ ਕਹਿ ਰਿਹਾ ਹੈ ਆ ਜਾਓ, ਆਪਣੇ ਘਰ ਨੂੰ ਆ ਜਾਓ, ਆਪਣੇ ਦਰ 'ਤੇ ਆ ਜਾਓ, ਜਿਹੜੇ ਦਰ ਤੋਂ ਤੁਸੀਂ ਗਏ ਹੋ ਬਾਹਰ। ਫਿਰ ਵਾਪਸ ਆਉਣ ਵਾਸਤੇ, ਥੱਲੇ ਨੂੰ ਆਉਣ ਨੂੰ ਤੁਹਾਨੂੰ ਸੰਘਰਸ਼ ਨਹੀਂ ਕਰਨਾ ਪੈਂਦਾ, ਕਿਉਂਕਿ ਇੱਥੇ ਕੰਪੀਟੀਸ਼ਨ ਨਹੀਂ ਹੈ। ਪਿੱਛੇ ਨੂੰ ਆਉਣ ਵਾਸਤੇ ਕੰਪੀਟੀਸ਼ਨ ਥੋੜ੍ਹੀ ਹੈ। ਸੰਸਾਰ ਦੇ ਵਿੱਚ ਅੱਗੇ ਵਧਣ ਵਾਸਤੇ ਕੰਪੀਟੀਸ਼ਨ ਹੈ, ਸਫਲ ਹੋਣ ਵਾਸਤੇ। ਤੇ ਜਿਹੜਾ ਸਫਲ ਹੀ ਨਹੀਂ ਹੋਣਾ ਚਾਹੁੰਦਾ, ਪਿੱਛੇ ਨੂੰ ਆਉਣਾ ਚਾਹੁੰਦਾ, ਉਹ ਤੇ ਸਹਿਜ ਹੈ ਨਾ। ਦੇਖੋ ਸਹਿਜ ਜਿਹੜਾ ਹੈ ਨਾ, ਉਹ ਬੰਦਾ ਨਹੀਂ ਕਰਨਾ ਚਾਹੁੰਦਾ ਹੈ। ਸਫਲ ਹੋਣਾ ਚਾਹੁੰਦਾ ਹੈ, ਅਸਹਿਜ ਕਰਨਾ ਚਾਹੁੰਦਾ ਹੈ, ਕਿਉਂਕਿ ਹੰਕਾਰ ਦੀ ਤ੍ਰਿਪਤੀ ਹੁੰਦੀ ਹੈ ਕੁਛ ਕਰਨ ਦੇ ਨਾਲ, ਕੁਛ ਪਾਉਣ ਦੇ ਨਾਲ, ਕੁਛ ਹੋਣ ਦੇ ਨਾਲ। ਤੇ ਜਿਹੜਾ ਸਫਲ ਹੀ ਨਹੀਂ ਹੋਣਾ ਚਾਹੁੰਦਾ ਹੈ, ਉਹ ਕਹਿੰਦਾ ਹੈ ਪਿੱਛੇ ਨੂੰ ਆ ਜਾਓ, ਵਾਪਸ ਆਪਣੇ ਘਰ ਨੂੰ। ਤੇ ਹੰਕਾਰ ਮਿਟਦਾ ਹੈ, ਹਉਂ ਮਿਟਦੀ, ਮੈਂ ਇਹਨੂੰ ਮਿਟਾ ਕੇ ਹੀ ਪਿੱਛੇ ਨੂੰ ਆਓਗੇ। ਤੇ ਇੱਥੇ ਸੰਸਾਰੀ ਲੋਕ ਤੇ ਸਤਿਕਾਰ ਥੋੜ੍ਹੀ ਕਰਦੇ ਹਨ ਪਿੱਛੇ ਨੂੰ ਆਉਣ ਵਾਲਿਆਂ ਦਾ। ਤੁਸੀਂ ਕਿਹਾ ਹੈ ਨਾ ਵੀ ਜਿਹੜਾ ਬੇਸਮਝ ਹੈ, ਭੋਲਾ ਭਾਲਾ ਹੈ, ਉੱਪਰ ਚੜ੍ਹ ਜਾਂਦਾ ਹੈ। ਨਹੀਂ, ਸੰਸਾਰ ਦੇ ਵਿੱਚ ਤੇ ਸ਼ੈਤਾਨ ਚਲਾਕ ਕਾਮਯਾਬ ਹੁੰਦੇ ਹਨ ਸਫਲ ਹੋਣ ਦੇ ਵਿੱਚ। ਜਿੰਨਾ ਚਲਾਕ ਹੋਊਗਾ ਓਨਾ ਹੀ ਕਾਮਯਾਬ। ਜਿਹੜੇ ਭੋਲੇ ਭਾਲੇ ਹੁੰਦੇ ਹਨ ਨਾ, ਸਿੱਧੇ ਸਾਧੇ, ਉਹ ਪਿੱਛੇ ਨੂੰ ਆ ਜਾਂਦੇ ਹਨ, ਉਹ ਪਾ ਲੈਂਦੇ ਹਨ ਆਪਣੇ ਸਰੋਤ ਨੂੰ। ਤਾਂ ਉਹਨਾਂ ਦਾ ਸੰਸਾਰੀ ਲੋਕ ਸਤਿਕਾਰ ਥੋੜ੍ਹੀ ਕਰਦੇ ਹਨ। ਉਹ ਕਹਿੰਦੇ ਹਨ ਬੇਸਮਝ ਹੈ, ਸਫਲ ਹੀ ਨਹੀਂ ਹੋ ਸਕਿਆ ਸੰਸਾਰ ਦੇ ਵਿੱਚ, ਇਹਨੂੰ ਅਕਲ ਹੀ ਨਹੀਂ ਹੈ। ਤਾਂ ਉਹਨਾਂ ਨੂੰ ਉਹ ਬੇਸਮਝ ਸਮਝਦੇ ਹਨ ਜਿਹੜੇ ਪਿੱਛੇ ਨੂੰ ਆਉਂਦੇ ਹਨ। ਤੇ ਬੇਸਮਝ ਆਪਣੇ ਆਪ ਨੂੰ
ਕੋਈ ਕਹਾਉਣਾ ਨਹੀਂ ਚਾਹੁੰਦਾ ਸੰਸਾਰ ਵਿੱਚ। ਮਾਣ ਪਾਉਣਾ ਚਾਹੁੰਦੇ ਹਨ ਸਾਰੇ, ਸਨਮਾਨ ਪਾਉਣਾ ਚਾਹੁੰਦੇ ਹਨ। ਧਾਰਮਿਕ ਲੋਕ ਵੀ ਸਫਲ ਹੋਣਾ ਚਾਹੁੰਦੇ ਹਨ। ਦੇਖੋ ਕਮਾਲ ਦੀ ਗੱਲ, ਧਾਰਮਿਕ ਲੋਕ ਵੀ ਸਫਲ ਹੋਣਾ ਚਾਹੁੰਦੇ ਹਨ, ਦੂਸਰੇ ਨੂੰ ਅੱਗੇ ਵਧਣਾ ਚਾਹੁੰਦੇ ਹਨ, ਦਿਖਾਉਣਾ ਚਾਹੁੰਦੇ ਹਨ ਮੈਂ ਵੱਡਾ ਧਾਰਮਿਕ, ਮੈਂ ਜ਼ਿਆਦਾ ਪਾਠ ਪੂਜਾ ਕਰਨ ਵਾਲਾ, ਮੈਂ ਜ਼ਿਆਦਾ ਨਿਤਨੇਮ ਕਰਦਾ। ਕਈ ਕਹਿੰਦੇ ਵੀ ਹਨ ਮੈਂ ਜ਼ਿਆਦਾ ਬਾਣੀ ਪੜ੍ਹਦਾ, ਪਾਠ ਪੂਜਾ ਕਰਦਾ। ਦੇਖੋ ਮੇਰੇ ਵੱਲ, ਮੈਂ ਸਾਰਿਆਂ ਨੂੰ ਅੱਗੇ ਜ਼ਿਆਦਾ ਧਾਰਮਿਕ, ਮੈਂ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਦੇਖੋ ਜਿਹੜੇ ਧਰਮ ਦੇ ਪੱਖ ਦੇ ਵਿੱਚ ਵੀ ਹੰਕਾਰ ਦੀ ਤ੍ਰਿਪਤੀ ਕਰ ਲੈਂਦੇ ਹਨ ਨਾ, ਉਹਨਾਂ ਦਾ ਵੀ ਸਤਿਕਾਰ ਕਰ ਰਹੇ ਹਨ ਧਾਰਮਿਕ ਲੋਕ। ਕਿੰਨੇ ਪਾਠ ਕੀਤੇ ਨੇ, ਗੁਰਮੁਖ ਪਿਆਰੇ ਨੇ। ਦੇਖੋ ਇਹਦੇ ਵਰਗਾ ਹੈ ਕੋਈ? ਤੇ ਹੰਕਾਰ ਧਾਰਮਿਕ ਜਗਤ ਦੇ ਵਿੱਚ ਵੀ ਪੁਸ਼ਟ ਹੋ ਰਿਹਾ ਹੈ। ਤੇ ਧਾਰਮਿਕ ਜੋ ਤੁਸੀਂ ਦੇਖ ਰਹੇ ਹੋ ਬਾਹਰ, ਇਹ ਵੀ ਸਫਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਹੰਕਾਰ ਨੂੰ ਛੱਡਣਾ ਬੜਾ ਔਖਾ ਹੈ, ਮੈਂ ਨੂੰ ਛੱਡਣਾ ਬੜਾ ਔਖਾ ਹੈ। ਮੈਂ ਨੂੰ ਤੇ ਬਚਾਉਂਦਾ ਹੈ ਆਦਮੀ, ਸਹਾਰਾ ਲੈਂਦਾ ਹੈ। ਦੇਖੋ ਉਪਦੇਸ਼ਾਂ ਦੇ ਵਿੱਚੋਂ ਵੀ ਆਦਮੀ ਮੈਂ ਨੂੰ ਬਚਾਉਣ ਦਾ ਸਹਾਰਾ ਲੈਂਦਾ ਹੈ, ਮਨ ਨੂੰ ਬਚਾਉਣ ਦਾ ਸਹਾਰਾ ਲੈਂਦਾ ਹੈ। ਦੇਖੋ ਕਮਾਲ ਦੀ ਗੱਲ ਹੈ ਕਿ ਨਹੀਂ? ਜਿਵੇਂ ਆਹ ਦੂਸਰੇ ਗਰੁੱਪ ਦੇ ਵਿੱਚ ਬਲਜੀਤ ਕੌਰ ਨੇ ਆਹ ਦੂਸਰਾ ਸ਼ਬਦ ਇੱਕ ਲਿਖ ਪਾਇਆ ਹੈ, ਇਹ ਸਿਰਫ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਸਹਾਰਾ ਦੇਣ ਵਾਸਤੇ। ਮੈਂ ਕਿਹਾ ਸੀ ਨਾ ਵੀ ਇਹ ਪਰਿਵਾਰ, ਇਹ ਘਰ, ਇਹ ਸਭ ਕੁਛ ਝੂਠ ਹੈ, ਅਸੱਤ ਹੈ, ਸੁਪਨਾ ਹੈ। ਤੋ ਤੇ ਮੰਨਣਾ ਔਖਾ ਹੈ, ਛੱਡਣਾ ਵੀ ਔਖਾ ਹੈ। ਮੋਹ ਪਿਆਰ ਕੋਈ ਸਖਾਲਾ ਨਹੀਂ ਹੈ। ਫਿਰ ਇਹੋ ਜਿਹੇ ਲੋਕ ਜਿਹੜੇ ਧਾਰਮਿਕ ਹੁੰਦੇ ਹਨ ਨਾ, ਇਹਨਾਂ ਨੂੰ ਸ਼ਬਦ ਬੜੇ ਯਾਦ ਹੁੰਦੇ ਹਨ ਤੇ ਇੱਕਦਮ ਉਹ ਸ਼ਬਦ ਕੱਢ ਲੈਂਦੇ ਹਨ। ਮਾਤ ਗਰਭ ਮੇਂ ਆਪਨ ਸਿਮਰਨ ਦੇ ਤਹਿ ਤੁਮ ਰਾਖਨਹਾਰ, ਪਾਵਕ ਸਾਗਰ ਅਥਾਹ ਲਹਿਰ ਮੇਂ ਤਾਰਹੁ ਤਾਰਨਹਾਰ। ਵੀ ਅਸੀਂ ਤੇ ਪਰਮਾਤਮਾ ਨੂੰ ਕਹਿੰਦੇ ਹਾਂ ਵੀ ਤੂੰ ਮਾਤਾ ਦੇ ਗਰਭ ਵਿੱਚ ਰੱਖਿਆ ਸੀ ਤੇ ਸਾਗਰ ਦੇ ਵਿੱਚ ਤੂੰ ਹੀ ਰੱਖ, ਅਸੀਂ ਕਿਉਂ ਤੁਹਾਡੀ ਸੁਣੀ? ਦੇਖੋ ਆਦਮੀ ਬਚਦਾ ਹੈ ਨਾ, ਜਿਵੇਂ ਸਰੀਰ ਮਰਨ ਤੋਂ ਡਰਦਾ ਹੈ ਨਾ, ਖਿਆਲ ਵਿੱਚ ਰੱਖਿਓ, ਇੱਦਾਂ ਹੀ ਮਨ ਵੀ ਆਪਣੇ ਆਪ ਨੂੰ ਬਚਾਉਂਦਾ ਹੈ। ਮਨ ਮਰਨਾ ਥੋੜ੍ਹੀ ਚਾਹੁੰਦਾ ਹੈ। ਮਨ ਤੇ ਜਦੋਂ ਚੋਟ ਲੱਗਦੀ ਹੈ ਤੁਸੀਂ ਕੋਈ ਨਾ ਕੋਈ ਸਹਾਰਾ ਲੱਭ ਲੈਂਦੇ ਹੋ, ਕੋਈ ਸ਼ਬਦ ਲੱਭ ਲੈਂਦੇ ਹੋ, ਕਿਤੇ ਨਾ ਕਿਤੇ ਉਪਦੇਸ਼, ਕੋਈ ਨਾ ਕੋਈ ਖਿਆਲ ਵਿੱਚ ਆ ਜਾਂਦਾ ਹੈ, ਤੁਹਾਨੂੰ ਸਹਾਰਾ ਜਿਹਾ ਮਿਲ ਜਾਂਦਾ ਹੈ ਵੀ ਆਪਣੇ ਵਾਸਤੇ ਥੋੜ੍ਹੀ ਗੱਲ ਹੈ, ਇਹ ਤਾਂ ਪਰਮਾਤਮਾ ਦੇ ਹੁਕਮ ਮੁਤਾਬਕ ਹੋਵੇਗਾ, ਪਰਮਾਤਮਾ ਕਰਾਵੇਗਾ ਤਾਂ ਹੀ, ਪਰਮਾਤਮਾ ਨਾਮ ਜਪਾਵੇਗਾ। ਉਹ ਬਹਾਨਾ ਲੱਭ ਗਿਆ, ਮਨ ਫਿਰ ਸੰਤੁਸ਼ਟ ਹੋ ਗਿਆ ਤੇ ਫਿਰ ਆਦਮੀ ਉਸੇ ਢੰਗ ਦੇ ਨਾਲ ਸੰਸਾਰ ਦੇ ਵਿੱਚ ਉਲਝ ਜਾਂਦਾ। ਸਹਾਰਾ ਮਿਲ ਗਿਆ। ਮਨ ਨੂੰ ਬਚਾਉਣ ਵਾਸਤੇ ਉਪਦੇਸ਼ਾਂ ਦਾ ਵੀ ਸਹਾਰਾ ਲੈਂਦਾ ਹੈ ਆਦਮੀ। ਤੇ ਇਹ ਜਿਹੜੇ ਉਪਦੇਸ਼ ਹਨ ਇਹ ਤੇ ਹਰ ਇੱਕ ਆਦਮੀ ਨੂੰ ਦਿੱਤੇ ਗਏ ਹਨ, ਹਰ ਪੱਖ ਤੋਂ ਸਮਝਾਇਆ ਗਿਆ ਹੈ ਤੇ ਬਹੁਤ ਮਾਰਗਾਂ ਦੀ ਚਰਚਾ ਹੈ। ਤੇ ਇਹ ਹੈ ਜਿਹੜਾ ਭਗਤੀ ਭਾਵ ਵਾਲਾ ਹੈ, ਉਹਦੀ ਇੱਕ ਅਰਦਾਸ ਬੇਨਤੀ ਪਰਮਾਤਮਾ ਦੇ ਅੱਗੋਂ ਵੀ ਤੁਸੀਂ ਹੀ ਇਹ ਪਾਵਕ ਸਾਗਰ ਦੇ ਵਿੱਚੋਂ ਮੈਨੂੰ ਪਾਰ ਲੰਘਾਓਗੇ, ਕੱਢੋਗੇ। ਪਾਵਕ ਸਾਗਰ ਅਥਾਹ ਲਹਿਰ ਮੇਂ ਤਾਰਹੁ ਤਾਰਨਹਾਰ। ਪਰ ਤਾਰਨ ਵਾਲਾ ਤੇ ਕਹਿੰਦਾ ਹੈ ਆ ਜਾਓ ਬਾਹਰ ਤੁਸੀਂ, ਪਰ ਤੁਸੀਂ ਤਰਨਾ ਨਹੀਂ ਚਾਹੁੰਦੇ ਹੋ। ਤੁਸੀਂ ਤੇ ਲਹਿਰਾਂ ਦੇ ਵਿੱਚ ਹੋਰ ਜਾ ਰਹੇ ਹੋ, ਉਹਨਾਂ ਲਹਿਰਾਂ ਨੂੰ ਜੱਫੀਆਂ ਪਾ ਰਹੇ ਹੋ ਤੇ ਸੜੋਗੇ ਹੀ ਨਾ, ਫਿਰ ਤੜਫੋਗੇ। ਜਿੰਨਾ ਜ਼ਿਆਦਾ ਇਹਨਾਂ ਲਹਿਰਾਂ ਦੇ ਵਿੱਚ ਵੜੋਗੇ ਸਹਾਰਾ ਲੈ ਕੇ, ਓਨਾ ਹੀ ਤੜਫੋਗੇ। ਪਰ ਇੱਥੇ ਸ਼ਬਦ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਮਾਤ ਗਰਭ ਮੇਂ ਆਪਨ ਸਿਮਰਨ ਦੇ। ਦੇਖੋ ਮਾਤਾ ਦੇ ਗਰਭ ਦੇ ਵਿੱਚ ਬੱਚਾ ਸੰਸਾਰ ਨਾਲ ਨਹੀਂ ਜੁੜਿਆ ਹੁੰਦਾ,
ਖਿਆਲ ਵਿੱਚ ਰੱਖੋ। ਕਿਸੇ ਇੰਦਰੇ ਦੁਆਰਾ ਸੰਸਾਰ ਨਾਲ ਨਹੀਂ ਜੁੜਿਆ ਹੈ, ਨਾ ਅੱਖਾਂ ਦੇਖਦੀਆਂ ਨਾ ਕੰਨ ਸੁਣਦੀਆਂ, ਤੇ ਸੰਸਾਰ ਦਾ ਉਹਨੂੰ ਪਤਾ ਹੀ ਨਹੀਂ ਹੈ। ਘੁੱਪ ਹਨੇਰੇ ਦੇ ਵਿੱਚ ਬੈਠਾ ਹੋਇਆ ਹੈ। ਤੁਹਾਨੂੰ ਰੱਬ ਨਾਲ ਚੇਤੇ ਆਵੇਗਾ ਤੇ ਕੀ ਆਵੇਗਾ? ਸਹਿਜ ਆਵੇਗਾ ਨਾ। ਤੇ ਇੱਥੇ ਇਹ ਕਿਹਾ ਜਾ ਰਿਹਾ ਹੈ ਵੀ ਮੈਂ ਵੀ ਵੈਸਾ ਹੀ ਬੱਚਾ ਹਾਂ ਤੁਹਾਡੇ ਗਰਭ ਦੇ ਵਿੱਚ, ਸੰਸਾਰ ਨੂੰ ਛੱਡ ਕੇ ਬੈਠਾ ਹੋਇਆ। ਖਿਆਲ ਵਿੱਚ ਰੱਖੋ। ਤੇ ਜਿਹੜਾ ਵੈਸਾ ਬੱਚੇ ਵਰਗਾ ਹੋ ਜਾਂਦਾ ਹੈ ਨਾ, ਉਹ ਤਾਰੇ ਹੀ ਜਾਂਦਾ ਹੈ। ਇੱਥੇ ਭਗਤ ਦੀ ਬੇਨਤੀ ਹੈ ਪ੍ਰਮਾਤਮਾ ਦੇ ਅੱਗੋਂ ਵੀ ਤੁਸੀਂ ਤਾਰੋ ਮੈਨੂੰ ਤਾਰਨਹਾਰੇ। ਪਰ ਜਦੋਂ ਬੱਚਾ ਬਾਹਰ ਆ ਜਾਂਦਾ ਹੈ ਗਰਭ ਤੋਂ, ਫਿਰ ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਦੇ ਵਿੱਚ ਫਸ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਕਾਮਨਾ ਦੀ ਚਾਹਤ ਦੀ ਅੱਗ ਦੇ ਵਿੱਚ ਚੱਲ ਪੈਂਦਾ ਹੈ, ਚੱਲਦਾ ਰਹਿੰਦਾ। ਫਿਰ ਤੁਸੀਂ ਇਹ ਸਾਗਰ ਦੇ ਵਿੱਚ ਜਾ ਰਹੇ ਹੋ, ਤੇ ਇਹ ਅਗਨ ਦੇ ਸਾਗਰ ਨੂੰ ਛੱਡਣਾ ਨਹੀਂ ਚਾਹੁੰਦੇ ਹੋ, ਤੇ ਕਹਿ ਵੀ ਰਹੇ ਹੋ ਸਾਨੂੰ ਬਚਾ ਲਓ। ਇਹ ਤਾਂ ਐਵੇਂ ਹੀ ਹੋਇਆ ਜਿਵੇਂ ਕੋਈ ਜਾ ਰਿਹਾ ਹੋਵੇ ਡੁੱਬਣ ਵਾਸਤੇ ਅੱਗੇ ਨੂੰ, ਜਿੱਧਰ ਸਾਗਰ ਹੈ, ਅਥਾਹ ਲਹਿਰਾਂ ਹਨ, ਤੇ ਨਾਲੇ ਕਹਿ ਰਿਹਾ ਹੋਵੇ ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਤੇ ਜਿਹੜਾ ਕਿਨਾਰੇ 'ਤੇ ਖੜਾ ਉਹ ਕਹਿੰਦਾ ਹੈ ਵਾਪਸ ਆ ਜਾਓ, ਰਿਵਰਸ ਮੇਰੇ ਵੱਲ ਨੂੰ ਆ ਜਾਓ, ਆ ਜਾਓ ਮੇਰੇ ਵੱਲ ਨੂੰ, ਮੈਂ ਬਚਾਉਣ ਨੂੰ ਤਿਆਰ ਹਾਂ ਤੈਨੂੰ। ਥੋੜ੍ਹਾ ਜਿਹਾ ਤੇ ਬਾਹਰ ਨਿਕਲੋ ਨਾ, ਥੋੜ੍ਹਾ ਜਿਹਾ ਕੰਢੇ 'ਤੇ ਆਓ। ਤੁਸੀਂ ਕਹਿੰਦੇ ਹੋ ਨਹੀਂ ਜੀ ਨਹੀਂ, ਜਾਣਾ ਤਾਂ ਅਸੀਂ ਅੱਗੇ ਨੂੰ ਹੀ ਹੈ, ਪਰ ਬਚਾ ਲਓ ਤੁਸੀਂ। ਇਹ ਹੈ ਚਲਾਕੀ ਮਨ ਦੀ। ਮਨ ਮਰਨਾ ਨਹੀਂ ਚਾਹੁੰਦਾ ਹੈ, ਮਨ ਆਪਣੇ ਆਪ ਨੂੰ ਸੇਫ ਕਰ ਲੈਂਦਾ ਹੈ ਇਹਨਾਂ ਉਪਦੇਸ਼ਾਂ ਦੇ ਸਹਾਰੇ ਵੀ। ਖਿਆਲ ਵਿੱਚ ਰੱਖਿਓ, ਮਨ ਬਹੁਤ ਚਲਾਕ ਹੈ, ਇਸੇ ਕਰਕੇ ਮਨ ਆਪਣੇ ਆਪ ਨਹੀਂ ਮਰਦਾ ਹੈ। ਜਿਹੜੇ ਧਾਰਮਿਕ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਿਆਦਾ ਮੰਨਣ ਵਾਲੇ ਹਨ, ਉਹਨਾਂ ਦਾ ਮਨ ਇਸੇ ਕਰਕੇ ਹੀ ਬਚਿਆ ਰਹਿੰਦਾ ਹੈ, ਕਿਉਂਕਿ ਉਹ ਸਹਾਰਾ ਖੋਜ ਲੈਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਹੁਤ ਸਾਰੇ ਉਪਦੇਸ਼ ਹਨ। ਫਿਰ ਉਹ ਇਹ ਵੀ ਕਹਿੰਦੇ ਹਨ ਵੀ ਕਿਸੇ ਹੋਰ ਨੂੰ ਨਹੀਂ ਮੰਨਣਾ ਹੈ, ਕਿਸੇ ਅੱਗੇ ਝੁਕਣਾ ਨਹੀਂ ਹੈ, ਕਿਸੇ ਅੱਗੇ ਨਿਵਣਾ ਨਹੀਂ ਹੈ, ਸਮਰਪਿਤ ਨਹੀਂ ਹੋਣਾ। ਹੁਣ ਜਿਹੜਾ ਝੁਕ ਨਹੀਂ ਰਿਹਾ ਹੈ ਕਿਸੇ ਦੇ ਅੱਗੋਂ, ਖਿਆਲ ਵਿੱਚ ਰੱਖੋ, ਉਹ ਤਾਂ ਹੰਕਾਰੀ ਹੈ ਨਾ। ਤੇ ਹੰਕਾਰੀ ਕਹਿ ਰਿਹਾ ਹੈ ਸ਼ਬਦ ਗੁਰੂ ਦਾ ਸਹਾਰਾ ਲੈਣਾ ਹੈ, ਤੇ ਸ਼ਬਦ ਗੁਰੂ ਦਾ ਸਹਾਰਾ ਵੀ ਹੰਕਾਰ ਨੂੰ ਬਚਾਉਣ ਵਾਸਤੇ ਲੈ ਰਿਹਾ ਹੈ, ਮੈਂ ਨੂੰ ਬਚਾਉਣ ਵਾਸਤੇ, ਮਨ ਨੂੰ ਬਚਾਉਣ ਵਾਸਤੇ। ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਜਿਹੜੇ ਲੋਕ ਹਨ, ਇਹ ਅਹੰਕਾਰੀ ਹਨ। ਬਾਬੇ ਨਾਨਕ ਨੂੰ ਥੋੜ੍ਹੀ ਸਮਝ ਰਹੇ ਹਨ। ਉਹ ਤਾਂ ਕਹਿ ਰਹੇ ਹਨ ਹੋ ਸਭਨ ਕੀ ਰੇਣਕਾ ਤਾਓ ਹਮਾਰੇ ਪਾਸ। ਤੁਸੀਂ ਸਾਧੂ ਅੱਗੇ ਨਾ ਝੁਕੋ, ਅਸਾਧੂ ਦੇ ਅੱਗੇ ਵੀ ਝੁਕੋ। ਹੋ ਸਭਨ ਕੀ ਰੇਣਕਾ, ਝੁਕੋ। ਇਹ ਕਹਿੰਦੇ ਹਨ ਝੁਕੋ ਕਿਸੇ ਦੇ ਨਾਲ ਅੱਗੋਂ। ਇਹ ਤਾਂ ਹੰਕਾਰ ਸਿਖਾ ਰਹੇ ਹਨ। ਤੇ ਜਿੰਨਾ ਹੰਕਾਰ ਵੱਧਦਾ ਹੈ ਨਾ, ਓਨਾ ਹੀ ਆਦਮੀ ਪਰਮਾਤਮਾ ਤੋਂ ਦੂਰ ਜਾ ਰਿਹਾ ਹੈ। ਫਿਰ ਇਹ ਹੰਕਾਰ ਹੀ ਆਪਣੇ ਆਪ ਨੂੰ ਬਚਾਉਂਦਾ ਹੈ, ਆਪਣੇ ਆਪ ਨੂੰ ਸ੍ਰੇਸ਼ਟ ਕਹਾਉਂਦਾ ਹੈ। ਇਹ ਧਾਰਮਿਕ ਲੋਕ, ਅਸੀਂ ਮਹਾਨ ਹਾਂ, ਅਸੀਂ ਸ੍ਰੇਸ਼ਟ ਹਾਂ, ਅਸੀਂ ਕਿਉਂ ਝੁਕੀਏ ਕਿਸੇ ਦੇ ਅੱਗੋਂ। ਅਤੇ ਸ਼ਬਦਾਂ ਦੇ ਸਹਾਰੇ ਆਪਣੇ ਆਪ ਨੂੰ ਬਚਾ ਲੈਂਦਾ ਹੈ। ਪਰਮਾਤਮਾ ਸਾਨੂੰ ਕੱਢੂਗਾ, ਪਰਮਾਤਮਾ ਤਾਂ ਕਿਸੇ ਨਾ ਕਿਸੇ ਦੇ ਸਹਾਰੇ ਹੀ ਕੱਢੂਗਾ ਨਾ ਤੁਹਾਨੂੰ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੈ ਕੱਢਣ ਵਾਸਤੇ। ਖਿਆਲ ਵਿੱਚ ਰੱਖੋ, ਅਗਰ ਤੁਸੀਂ ਨਿਕਲਣ ਨੂੰ ਤਿਆਰ ਹੋ ਤਾਂ ਉਹ ਕੱਢ ਸਕਦਾ ਹੈ। ਇਹ ਮੈਂ ਵਾਰ-ਵਾਰ ਕਹਿੰਦਾ ਹਾਂ, ਜਿਵੇਂ ਕਿਹਾ ਸੀ ਨਾ, ਤੁਸੀਂ ਜਾਗਣ ਨੂੰ ਤਿਆਰ ਹੋ, ਇੱਦਾਂ ਹੀ ਤੁਸੀਂ ਇਹ ਭਵ ਸਾਗਰ ਤੋਂ, ਅਥਾਹ ਲਹਿਰਾਂ ਦੇ ਵਿੱਚੋਂ ਨਿਕਲਣ ਨੂੰ ਤਿਆਰ ਹੋ।
ਤਾਂ ਹੀ ਤੁਸੀਂ ਨਿਕਲ ਸਕਦੇ ਹੋ। ਕਮ ਸੇ ਕਮ ਮੂੰਹ ਤੇ ਕਮਾਓ ਇੱਧਰ ਨੂੰ। ਹੁਣ ਪਿੱਠ ਇੱਧਰ ਨੂੰ ਕਰਕੇ ਤੁਸੀਂ ਸੰਸਾਰ ਵੱਲ ਨੂੰ ਮੂੰਹ ਕੀਤਾ ਹੋਇਆ ਹੈ ਤੇ ਸੰਸਾਰ ਵੱਲ ਨੂੰ ਜਾ ਰਹੇ ਹੋ ਤੇ ਨਾਲੇ ਕਹਿ ਰਹੇ ਹੋ ਤੁਸੀਂ ਕੱਢ ਲਓ, ਬਚਾ ਲਓ। ਨਹੀਂ, ਮੂੰਹ ਤੇ ਕਰੋ। ਗੁਰਮੁਖ ਉਹਨੂੰ ਹੀ ਕਹਿੰਦੇ ਹਨ ਜਿਹੜਾ ਮੁੱਖ ਗੁਰੂ ਵੱਲ ਨੂੰ ਕਰ ਲੈਂਦਾ। ਮਨਮੁਖ ਕਹਿੰਦੇ ਹਨ ਜਿਹਦਾ ਸੰਸਾਰ ਵੱਲ ਨੂੰ ਮੁੱਖ। ਤੇ ਜਾ ਤੇ ਸੰਸਾਰ ਵੱਲ ਨੂੰ ਰਹੇ ਹੋ, ਚਾਹਤ ਸੰਸਾਰ ਦੀ ਹੈ, ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ ਹੋ, ਵਾਸ਼ਨਾ ਸੰਸਾਰ ਦੀ ਹੈ, ਸੰਸਾਰ ਦੀਆਂ ਲਹਿਰਾਂ ਦੇ ਵਿੱਚ ਜਾ ਰਹੇ ਹੋ ਤੇ ਕਮ ਸੇ ਕਮ ਤੁਸੀਂ ਮੂੰਹ ਤੇ ਘੁਮਾਓ, ਇੰਨਾ ਤੇ ਕਰੋ। ਥੋੜ੍ਹਾ ਜਿਹਾ ਮੁੱਖ ਫੇਰ ਪਿਆਰੇ, ਇੱਧਰ ਨੂੰ ਮੂੰਹ ਫੇਰੋ, ਫਿਰ ਤੁਹਾਨੂੰ ਥੋੜ੍ਹੀ ਜਿਹੀ ਆਵਾਜ਼ ਸੁਣਾਈ ਦੇਵੇਗੀ ਵੀ ਵਾਸਤਵਿਕ ਦੇ ਵਿੱਚ ਇੱਧਰ ਕੱਢਣ ਵਾਸਤੇ ਕਿਹਾ ਜਾ ਰਿਹਾ ਹੈ, ਨਿਕਲਣ ਵਾਸਤੇ ਕਿਹਾ ਜਾ ਰਿਹਾ ਹੈ। ਅਗਰ ਤੁਸੀਂ ਨਿਕਲਣ ਨੂੰ ਤਿਆਰ ਹੋ ਤਾਂ ਤੁਸੀਂ ਇਸ ਭਵ ਸਾਗਰ ਤੋਂ ਨਿਕਲ ਸਕਦੇ ਹੋ। ਪਰ ਮਨ ਆਪਣੇ ਆਪ ਨੂੰ ਬਚਾਉਂਦਾ ਹੈ, ਖਿਆਲ ਵਿੱਚ ਰੱਖਿਓ। ਮਨ ਸੰਸਾਰ ਦੇ ਵਿੱਚ ਸਫਲ ਹੋਣਾ ਚਾਹੁੰਦਾ ਹੈ ਤੇ ਜਿਹੜਾ ਸੰਸਾਰ ਦੇ ਵਿੱਚ ਸਫਲ ਨਹੀਂ ਹੋ ਪਾਉਂਦਾ ਹੈ ਨਾ, ਉਹਨੂੰ ਸੰਸਾਰ ਸਤਿਕਾਰ ਨਹੀਂ ਦਿੰਦਾ ਹੈ, ਆਦਰ ਨਹੀਂ ਦਿੰਦਾ ਹੈ, ਮਾਣ ਨਹੀਂ ਮਿਲਦਾ ਹੈ, ਉਹਨੂੰ ਬੇਸਮਝ ਸਮਝਦਾ ਹੈ, ਉਹਨੂੰ ਸਮਝਦਾਰ ਥੋੜ੍ਹੀ ਸਮਝਦਾ ਹੈ। ਜਿਹੜੇ ਸਫਲ ਨਹੀਂ ਸਨ ਹੋਏ ਸੰਸਾਰ ਤੋਂ, ਉਹਨਾਂ ਨੂੰ ਸਮਝਿਆ ਹੀ ਹੈ ਨਾ ਬੇਸਮਝ। ਉਹਨਾਂ ਨੂੰ ਦੀਵਾਨੇ ਕਿਹਾ ਹੈ, ਮਸਤਾਨੇ ਕਿਹਾ ਹੈ, ਬੌਰਾਨੇ ਕਿਹਾ ਹੈ, ਬੇਸਮਝ ਕਿਹਾ ਹੈ ਵੀ ਇਹ ਦੇਖੋ ਸੰਸਾਰ 'ਚ ਕਾਮਯਾਬੀ ਨਹੀਂ ਹੋਏ। ਤੇ ਪਿੱਛੇ ਨੂੰ ਆਉਣ ਦੇ ਵਿੱਚ ਹੰਕਾਰ ਦੀ ਤ੍ਰਿਪਤੀ ਸੰਸਾਰ ਵਿੱਚੋਂ ਨਹੀਂ ਮਿਲੇਗੀ। ਇਸ ਕਰਕੇ ਆਦਮੀ ਪਿੱਛੇ ਨੂੰ ਨਹੀਂ ਆਉਣਾ ਚਾਹੁੰਦਾ ਹੈ, ਅੱਗੇ ਨੂੰ ਵਧਣਾ ਚਾਹੁੰਦਾ ਹੈ। ਪਰ ਮੈਂ ਕਹਿੰਦਾ ਆ ਜਾਓ ਪਿੱਛੇ ਨੂੰ ਆਪਣਾ ਘਰ